बिस्मिल्लाहिर्रहमानिर्रहीम जियो प्रिवज़ाइफ दे मुअज़्ज़ज़ नाज़रीन अस्सलाम वालेकुम। ਅੱਜ मैं अपनियां भैणां नाल एक बहुत ही मज़ेदार जी रेसिपी जिहड़ी है गोभी दी रेसिपी शेयर करूंगी। एक मुख्तलिफ तरीके नाल, एक मज़ेदार तरीके नाल एक आपां गोभी तैयार करांगे। ये बायाबादी ਉਹਦੀ खत्म हो जाऊगी। ਕਿਸੇ ਨੂੰ ਵੀ ਗੋਭੀ ਖਾ ਕੇ ਜਿਹੜਾ ਪੇਟ ਦਰਦ ਜਾਂ ਪੇਟ 'ਚ ਜਿਹੜੇ ਦਰਦ ਤੇ ਮਰੋੜ ਜੇ ਉੱਠਦੇ ਗੋਭੀ ਖਾ ਕੇ ਉਹ ਮਸਲਾ ਨਹੀਂ ਹੋਣਾ। ਤੇ ਤੁਸੀਂ ਮੇਰੀ ਰੈਸਪੀ ਨੂੰ ਫੋਲੋ ਕਰਨਾ ਵਾ। ਨਾਲ ਨਾਲ ਇੱਕ ਇੱਕ ਹੋਰ ਵੀ ਗੱਲ ਤੁਹਾਡੇ ਨਾਲ ਕਰਨੀ ਆ। ਗੋਭੀ ਲੈ ਲੈਣੀ ਆ। ਗੋਭੀ ਅੱਜ ਮਾਸ਼ਾਅੱਲਾ ਬਹੁਤ ਚੰਗੀ ਆਈ ਸੀ, ਬਹੁਤ ਸੋਹਣੇ ਫੁੱਲ ਸੀ। ਉਹਨੂੰ ਅੱਛੇ ਤਰੀਕੇ ਨਾਲ ਧੋ ਲੈਣਾ। ਸਾਬਤ ਨੂੰ ਧੋ ਲਓ ਜਾਂ ਬਾਅਦ ਨੂੰ ਕੱਟ ਕੇ ਧੋ ਲਓ। ਮੈਂ ਪਹਿਲੋਂ ਇੱਕ ਦਫਾ ਸਾਬਤ ਨੂੰ ਵੀ ਧੋ ਲਿਆ ਸੀ। ਗੋਭੀ ਨੂੰ ਅੱਛਾ ਜਿਹਾ ਕੱਟ ਲੈਣਾ। ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਨਾ ਓਲੀਵ ਆਇਲ ਜਿਹੜਾ ਵਾ ਉਹ ਇੱਕ ਤਰੀਕੇ ਨਾਲ ਮਿਲਾਵਾਂਗੇ ਤੇ ਅੱਧਾ ਚਮਚ ਜਿਹੜਾ ਵਾ ਇਹਨੂੰ ਵਿੱਚ ਆਪਾਂ ਨਮਕ ਦਾ ਪਾ ਦੇਣਾ ਵਾ। ਗੋਭੀ ਨੂੰ ਅੱਛੇ ਤਰੀਕੇ ਨਾਲ ਕੱਟ ਕੇ ਇੱਕ ਪਰਾਤ ਵਿੱਚ ਰੱਖ ਲੈਣਾ। ਅੱਧਾ ਘੰਟਾ ਓਲੀਵ ਆਇਲ ਦੇ 2 ਚਮਚ ਤੇ 1 ਚਮਚ ਨਮਕ ਵਿੱਚ ਇਹਨੂੰ ਭਗੋ ਕੇ ਰੱਖਣਾ ਵਾ। ਇਨਸ਼ਾਅੱਲਾ ਇਸ ਤਰੀਕੇ ਨਾਲ ਤੁਸੀਂ ਗੋਭੀ ਬਣਾਓਗੇ ਤੇ ਤੁਹਾਨੂੰ ਪੇਟ ਦਾ ਕਿਸੇ ਵੀ ਕਿਸਮ ਦਾ ਮਸਲਾ ਜਾਂ ਬਾਇਆਬਾਦੀ ਦਾ ਮਸਲਾ ਨਹੀਂ ਹੋਣਾ। ਬਹੁਤ ਹੀ ਆਸਾਨ ਤਰੀਕੇ ਨਾਲ ਬਣਾਵਾਂਗੇ। ਗੋਭੀ ਨੂੰ ਤੁਸੀਂ ਕੱਟ ਲੈਣਾ, ਅੱਛੇ ਤਰੀਕੇ ਨਾਲ ਧੋ ਲੈਣਾ ਵਾ। ਅੱਧਾ ਘੰਟਾ ਤੁਸੀਂ ਇਹ ਓਲੀਵ ਆਇਲ ਦੇ ਪਾਣੀ ਵਿੱਚ ਤੇ ਨਮਕ ਦੇ ਪਾਣੀ ਵਿੱਚ ਇਹਨੂੰ ਭਗੋ ਕੇ ਰੱਖਣਾ ਵਾ। ਜਿੰਨੀ ਵੀ ਇਹਦੀ ਬਾਇਆਬਾਦੀ ਹੋਊਗੀ ਉਹ ਖਤਮ ਹੋ ਜਾਊਗੀ। ਤੇ ਰੈਸਪੀ ਨੂੰ ਤੁਸੀਂ ਫੋਲੋ ਕਰਨਾ ਵਾ। ਜੀਓ ਪ੍ਰਿਵਜ਼ਾਈਫ ਤੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। 2 ਦਰਮਿਆਨੀ ਸਾਈਜ਼ ਦੇ ਪਿਆਜ਼ ਜਿਹੜੇ ਮੈਂ ਲੈ ਲਏ ਸੀ ਉਹਨਾਂ ਨੂੰ ਅੱਛੇ ਤਰੀਕੇ ਨਾਲ ਕੱਟ ਵੱਢ ਲਿਆ। ਕਿਉਂਕਿ ਆਪਾਂ ਜਿਹੜੀ ਗੋਭੀ ਗੋਸ਼ਤ ਬਣਾਉਣਾ ਵਾ ਤੇ ਇਹਦੇ ਲਈ ਤੁਹਾਨੂੰ ਬਾਰੀਕੀ ਨਾਲ ਚੌਪ ਕਰਨ ਦੀ ਜ਼ਰੂਰਤ ਨਹੀਂ ਹੈ। ਇਹਨੂੰ ਮੋਟਾ ਮੋਟਾ ਤੁਸੀਂ ਪਿਆਜ਼ਾਂ ਨੂੰ ਕੱਟ ਲੈਣਾ ਵਾ। ਤੇ ਨਾਲ ਨਾਲ ਅੱਜ ਆਪਣੀਆਂ ਭੈਣਾਂ ਦੇ ਮੈਂ ਇੱਕ ਵਜ਼ੀਫਾ ਸ਼ੇਅਰ ਕਰਨਾ ਚਾਹੁੰਦੀ ਹਾਂ। ਇਹ ਬਹੁਤ ਹੀ ਮੁਜਰਬ ਵਜ਼ੀਫਾ ਮੈਂ ਆਪਣੀ ਜ਼ਿੰਦਗੀ 'ਚ ਕੀਤਾ ਹੋਇਆ ਵਾ। ਅਜ਼ਮੂਦਾ ਵਜ਼ੀਫਾ, ਮੈਂ ਅਜ਼ਮਾਇਆ ਹੋਇਆ ਵਜ਼ੀਫਾ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ। ਅੱਜ ਦਾ ਵਜ਼ੀਫਾ ਅੱਲਾਹ ਤਾਲਾ ਦੇ ਪਿਆਰੇ ਨਾਮ या वासियु ए वुसअत देने वाले ਦਾ वजीफ़ा। अल्लाह ताला दे प्यारे नाम या वासियु हसूल रिज़्क मालो दौलत के लिए बहुत ही मुजरब वजीफ़ा वा। जे तुहानू रिज़्क दी तंगी आ, किसी भी किस्म दे माली मुश्किलात आ, माली परेशानियां वा, पैसा है पर पैसे ਵਿੱਚ ਬਰਕਤ ਨਹੀਂ ਹੈ। ਇੱਕ ਹੱਥ ਨਾਲ ਪੈਸਾ ਤੁਹਾਡੇ ਆਂਦਾ ਤੇ ਦੂਸਰੇ ਹੱਥ ਨਾਲ ਜਿਹੜਾ ਪੈਸਾ ਖਰਚ ਹੋ ਜਾਂਦਾ ਵਾ। ਤੁਸੀਂ ਚਾਹੁੰਦੇ ਆ ਕਿ ਤੁਹਾਡੇ ਮਾਲ ਵਿੱਚ, ਰਿਜ਼ਕ ਵਿੱਚ ਬਰਕਤ ਪੈਦਾ ਹੋ ਜਾਵੇ ਤੇ ਤੁਸੀਂ ਇਹ ਮੇਰਾ ਅਮਲ ਜਿਹੜਾ ਵਾ ਅਜ਼ਮੂਦਾ ਅਮਲ ਆ, ਇਹਨੂੰ ਲਾਜ਼ਮੀ ਕਰਨਾ। ਮੇਰੇ ਮਾਂ-ਬਾਪ ਜਿਹੜੇ ਆ ਇਨਸ਼ਾਅੱਲਾ ਤਾਲਾ ਉਹਨਾਂ ਦਾ ਅਜ਼ਮਾਇਆ ਹੋਇਆ ਤੇ ਅਜ਼ਮੂਦਾ ਅਮਲ ਆ ਜਾਂ ਵਾਸੀ ਅੱਲਾਹ ਤਾਲਾ ਦੇ ਪਿਆਰੇ ਨਾਮ ਐ ਵਸਤ ਦੇਣੇ ਵਾਲੇ ਦਾ ਅਮਲ ਹੈ। ਤੁਸੀਂ ਕਰਨਾ ਵਾ ਨਮਾਜ਼ ਅਸਰ ਤੋਂ ਬਾਅਦ ਤੁਸੀਂ ਕਰਨਾ ਵਾ। ਇੱਕ ਟਾਈਮ ਕੱਢਣਾ ਨਮਾਜ਼ ਅਸਰ ਜਿਸ ਤਰ੍ਹਾਂ ਹੀ ਪੜ੍ਹ ਲਓ ਤੁਸੀਂ। ਉਸ ਤੋਂ ਬਾਅਦ ਆਪਦਾ 15-20 ਮਿੰਟ ਦਾ ਟਾਈਮ ਕੱਢਣਾ ਵਾ ਤੇ ਅੱਲਾਹ ਤਾਲਾ ਦਾ ਪਿਆਰਾ ਨਾਮ ਜਾਂ ਵਾਸਿਓ ਇਹਦੀ ਤੁਸੀਂ ਤਸਬੀਹ ਕਰਨੀ। ਇਹਨੂੰ ਬੈਠ ਕੇ ਉੱਥੇ ਜਾਏ ਨਮਾਜ਼ ਤੇ ਤਨਹਾਈ ਵਿੱਚ ਬੈਠ ਕੇ ਪੜ੍ਹਨਾ ਵਾ ਤੇ ਖਲੂਸੇ ਦਿਲ ਦੇ ਨਾਲ ਤੇ ਅੱਲਾ ਦੀ ਜ਼ਾਤ ਤੇ ਭਰੋਸਾ ਯਕੀਨ ਕਰਦੇ ਹੋਏ ਤੁਸੀਂ ਅਮਲ ਕਰੋਗੇ ਤੇ ਇਨਸ਼ਾਅੱਲਾ ਤਾਲਾ ਤੁਹਾਨੂੰ ਇਹ ਤੋਂ ਲਾਜ਼ਮੀ ਜਿਹੜਾ ਤੁਸੀਂ ਕਾਮਯਾਬੀ ਮਿਲੂਗੀ। ਤੁਹਾਡੀ ਰਿਜ਼ਕ ਦੀ ਤੰਗੀ ਦੂਰ ਹੋ ਜਾਊਗੀ। ਤੁਹਾਡੇ ਜਿੰਨੇ ਵੀ ਰਿਜ਼ਕ ਦੇ ਮਸਾਇਲ ਆ ਦੂਰ ਹੋ ਜਾਣਗੇ। ਨਮਾਜ਼ ਅਸਰ ਤੋਂ ਬਾਅਦ ਤੁਸੀਂ ਇਹਨੂੰ ਪੜ੍ਹਨਾ ਵਾ। ਖੁੱਲੀ ਤਾਦਾਦ ਵਿੱਚ ਪੜ੍ਹਨਾ। ਅੱਲਾਹ ਤਾਲਾ ਦਾ ਪਿਆਰਾ ਨਾਮ ਜਾਂ ਵਾਸਿਓ ਅਵਲੋ ਆਖਰ ਤੁਸੀਂ 11 ਦਫਾ ਦਰੂਦ ਇਬਰਾਹਿਮੀ ਪੜ੍ਹ ਲੈਣਾ ਵਾ। ਤੇ ਉਸ ਤੋਂ ਬਾਅਦ ਤੁਸੀਂ ਜਦੋਂ ਪੜ੍ਹ ਲਵੋ ਇਹਨੂੰ ਖੁੱਲੀ ਤਾਦਾਦ ਵਿੱਚ ਜ਼ਿਆਦਾ ਤੋਂ ਜ਼ਿਆਦਾ ਪੜ੍ਹ ਲਓ। ਉਸ ਤੋਂ ਬਾਅਦ ਤੁਸੀਂ ਸਜਦੇ ਵਿੱਚ ਜਾ ਕੇ ਜਿਹੜੀ ਹੈ ਨਾ ਅੱਲਾਹ ਤਾਲਾ ਕੋ ਦੁਆ ਕਰਨੀ ਹੈ। ਰਿਜ਼ਕ ਦੀ ਬਰਕਤ ਵਿੱਚ, ਰਿਜ਼ਕ ਦੀ ਜਿਹੜੀ ਤੰਗੀ ਆ ਉਹਨੂੰ ਦੂਰ ਕਰਨ ਲਈ ਤੁਸੀਂ ਅੱਲਾਹ ਤਾਲਾ ਕੋ ਦੁਆ ਕਰਨੀ ਆ। ਇਨਸ਼ਾਅੱਲਾ ਤਾਲਾ ਜਿੰਨੇ ਵੀ ਤੁਹਾਡੇ ਅੱਲਾਹ ਪਾਕ ਨੇ ਗੈਬ ਤੋਂ ਤੁਹਾਡੇ ਲਈ ਅਸਬਾਬ ਪੈਦਾ ਕਰਨੇ ਆ। ਅਜ਼ਮੂਦਾ ਅਮਲ ਆ, ਮੁਜਰਬ ਅਮਲ ਆ, ਅੱਲਾਹ ਤਾਲਾ ਦੇ ਪਿਆਰੇ ਨਾਮ ਦਾ ਅਮਲ ਆ ਕਿ ਮੇਰੇ ਅੱਲਾਹ ਤਾਲਾ ਦੇ ਵਾਅਦਾ ਵੀ ਆ ਕਿ ਜਿਹੜਾ ਬੰਦਾ ਮੇਰੇ ਨਾਮ ਤੋਂ ਕੋਈ ਦੁਆ ਮੰਗਦਾ ਵਾ ਉਹਦੀ ਦੁਆ ਮੈਂ ਕਦੀ ਵੀ ਰੱਦ ਨਹੀਂ ਕਰਦਾ। ਇਸ ਲਈ ਤੁਸੀਂ ਕਰਨਾ ਵਾ ਲਾਜ਼ਮੀ ਕਰੋ। ਇਸ ਅਮਲ ਨੂੰ ਤੁਸੀਂ ਉਸ ਵਕਤ ਤੱਕ ਜਾਰੀ ਰੱਖਣਾ ਵਾ ਜਿਸ ਵਕਤ ਤੱਕ ਤੁਹਾਡਾ ਜਿਹੜਾ ਮਕਸਦ ਆ ਪੂਰਾ ਨਹੀਂ ਹੋ ਜਾਂਦਾ। ਬਲਕਿ ਰਿਜ਼ਕ ਦੀ ਜਿਹੜੀ ਤੰਗੀ ਦੂਰ ਕਰ ਲਈ ਹੈ ਜਿਹੜਾ ਅਮਲ ਆ ਨਾ, ਤੁਸੀਂ ਇਹਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਹੀ ਬਣਾ ਲਓ ਤੇ ਇਨਸ਼ਾਅੱਲਾ ਤਾਲਾ ਤੁਹਾਡੇ ਘਰ ਵਿੱਚ, ਕਾਰੋਬਾਰ ਵਿੱਚ, ਔਲਾਦ ਵਿੱਚ, ਰਿਜ਼ਕ ਵਿੱਚ ਇੰਨੀ ਬਰਕਤ ਆਊਗੀ ਕਿ ਤੁਸੀਂ ਆਪ ਆਪਣੀਆਂ ਅੱਖਾਂ ਨਾਲ ਦੇਖੋਗੇ ਅੱਲਾਹ ਕਿਸ ਤਰ੍ਹਾਂ ਤੁਹਾਡੇ ਦਿਨ ਫੇਰ ਦਿੰਦਾ ਵਾ। ਇਸ ਤਰ੍ਹਾਂ ਹੁਣ ਤੁਸੀਂ ਇਹ ਅਮਲ ਲਾਜ਼ਮੀ ਕਰਨਾ ਵਾ ਤੇ ਮੇਰੇ ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ ਤੇ ਅੱਲਾਹ ਦੇ ਕੋਈ ਵੀ 4 ਨਾਮ ਜਿਹੜੇ ਉਹ ਲਾਜ਼ਮੀ ਕਮੈਂਟ ਕਰੋ। ਅੱਛਾ, 2 ਤੋਂ 3 ਪਿਆਜ਼ ਦਰਮਿਆਨੀ ਸਾਈਜ਼ ਦੇ ਕੱਟ ਲਏ ਆ। ਉਹਨਾਂ ਨੂੰ ਕੱਟ ਵੱਢ ਕੇ ਅਸੀਂ ਕੁੱਕਰ ਵਿੱਚ ਪਾ ਲਿਆ ਵਾ। ਗੋਸ਼ਤ ਪਾ ਲਿਆ ਵਾ। ਉਸ ਤੋਂ ਬਾਅਦ ਪਾਣੀ ਪਾ ਲਿਆ ਵਾ। ਗੋਸ਼ਤ ਜਿਹੜਾ ਬੱਕਰੇ ਦਾ ਵਾ ਉਹਨੂੰ ਗਲੋਲ ਨਹੀਂ ਤੁਸੀਂ ਪਾਣੀ ਪਾ ਲੈਣਾ ਵਾ। ਇਹਦੇ ਨਾਲ ਨਾਲ ਜਿਹੜੇ ਟਮਾਟਰ ਲੈ ਲਏ ਆ 2 ਤੋਂ 3 ਅਦਦ ਮੈਂ ਟਮਾਟਰ ਲੈ ਲਏ। ਉਹਨਾਂ ਨੂੰ ਵੀ ਅੱਛੇ ਤਰੀਕੇ ਨਾਲ ਮੋਟਾ ਮੋਟਾ ਕੱਟ ਲੈਣਾ ਵਾ
ਤੇ ਟਮਾਟਰਾਂ ਨੂੰ ਮੋਟਾ-ਮੋਟਾ ਕੱਟ ਲੈਣਾ ਤੇ ਉਸ ਤੋਂ ਬਾਅਦ ਮਿਰਚਾਂ ਕੱਢਣ ਲੱਗੀ ਤੇ ਕੁਛ ਮਿਰਚਾਂ ਲਾਲ ਹੋਈਆਂ ਪਈਆਂ ਸੀ ਤੇ ਕੁਛ ਵਿੱਚ ਹਰੀਆਂ ਸੀ ਤੇ ਲਾਲ ਮਿਰਚਾਂ ਜਿਹੜੀਆਂ ਉਹਦੇ ਨਾਲ ਵੀ ਸਾਲਨ ਜਿਹੜਾ ਵਾਵਾ ਸਾਰਾ ਕਲਰਫੁਲ ਜਿਹਾ ਬਣ ਜਾਂਦਾ ਵਾ। 2 ਤੋਂ 3 ਅਦਦ ਜਿਹੜੀਆਂ ਮੈਂ ਲਾਲ ਮਿਰਚਾਂ ਪਾ ਲਈਆਂ ਤੇ ਇੱਕ ਸਾਬਤ ਜਿਹੜੀ ਹਰੀ ਮਿਰਚ ਪਾ ਲਈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਟਮਾਟਰਾਂ ਨੂੰ ਤੇ ਮਿਰਚਾਂ ਨੂੰ ਤੁਸੀਂ ਕੱਟ-ਕੁੱਟ ਕੇ ਕੁੱਕਰ ਵਿੱਚ ਪਾ ਲੈਣਾ ਵਾ। ਇਸ ਤੋਂ ਬਾਅਦ ਇਹਨੂੰ ਵੇਟ ਲਾ ਲੈਣਾ ਵਾ ਤੇ ਗੋਭੀ ਨੂੰ ਤੁਸੀਂ ਇਸੇ ਤਰੀਕੇ ਨਾਲ ਹੀ ਪਕਾਉਣਾ ਵਾ ਕਿ ਪਾਣੀ ਵਿੱਚ ਭਗੋ ਕੇ ਰੱਖ ਲੈਣਾ, ਵਿੱਚ ਓਲਿਵ ਆਇਲ ਦਾ ਜਿਹੜਾ 1 ਤੋਂ 1.5 ਚਮਚ ਪਾ ਕੇ ਨਮਕ ਪਾ ਕੇ ਨਾ ਤੁਸੀਂ ਬਾਅਦ 'ਚ ਗੋਭੀ ਨੂੰ ਅੱਧਾ ਘੰਟਾ ਉਹਦੇ ਵਿੱਚ ਰੱਖੋਗੇ ਤੇ ਇਨਸ਼ਾ ਅੱਲਾਹ ਤਾਲਾ ਉਹਦੀ ਜਿੰਨੀ ਵੀ ਬਾਦੀ ਆ ਤੁਹਾਨੂੰ ਕਦੇ ਵੀ ਗੋਭੀ ਖਾਣ ਤੋਂ ਬਾਅਦ ਪੇਟ ਦਾ ਮਸਲਾ ਨਹੀਂ ਹੋਣਾ। ਔਰਤਾਂ ਜਿਹੜੀਆਂ ਬੱਚਿਆਂ ਨੂੰ ਦੁੱਧ ਪਿਲਾਉਂਦੀਆਂ ਵਾ ਤੇ ਜਿਨ੍ਹਾਂ ਨੂੰ ਬੱਚਿਆਂ ਦੇ ਛੋਟੇ ਬੱਚੇ ਆ ਗੋਭੀ ਖਾਂਦੀਆਂ ਤੇ ਪੇਟ ਖਰਾਬ ਹੋ ਜਾਂਦਾ ਇਨਸ਼ਾ ਅੱਲਾਹ ਤਾਲਾ ਉਹਨਾਂ ਦਾ ਵੀ ਇਹ ਮਸਲਾ ਖ਼ਤਮ ਹੋ ਜਾਣਾ। ਇਸ ਤੋਂ ਬਾਅਦ ਤੁਸੀਂ ਨਮਕ ਮਿਰਚ ਪਾ ਲੈਣੇ ਆਪਦੇ ਟੇਸਟ ਦੇ ਮੁਤਾਬਕ। ਸੁਰਖ ਮਿਰਚ ਪਾਈ ਆ ਮੈਂ, ਤੋਂ ਬਾਅਦ ਨਮਕ ਪਾਉਣਾ ਵਾ, ਹਲਦੀ ਪਾਉਣੀ ਆ। ਇਹਨੂੰ ਅੱਛੇ ਤਰੀਕੇ ਨਾਲ ਹਿਲਾ ਹਲੂ ਕੇ ਤੁਸੀਂ ਇਹਨੂੰ ਤੇ ਸਾਬਤ ਲਸਣ ਜਿਹੜਾ ਪਾ ਲਿਆ ਸੀ ਤੇ ਉਸ ਤੋਂ ਬਾਅਦ ਜਦੋਂ ਇਹਨੂੰ ਭੁੰਨ ਲਾਉਣੀ ਆ ਗੋਸ਼ਤ ਨੂੰ ਉਹਦੇ ਵਿੱਚ ਇਹਦੇ ਆਪਾਂ ਅਦਰਕ ਪਾ ਲੈਣਾ ਵਾ। ਲਸਣ ਦੇ ਜਿਵੇਂ 4 ਤੋਂ 5 ਜਿਹੜੇ ਮੋਟੇ-ਮੋਟੇ ਮੈਂ ਪਹਿਲਾਂ ਸੁੱਟ ਲਏ ਸੀ ਵਿੱਚ। ਤੇ ਅਦਰਕ ਜਿਹੜਾ ਆਪਾਂ ਜਦੋਂ ਗੋਸ਼ਤ ਨੂੰ ਭੁੰਨ ਲਾਵਾਂਗੇ ਉਦੋਂ ਪਾ ਲਾਂਗੇ। ਇਹ ਤੋਂ ਬਾਅਦ ਮੈਨੂੰ ਨਾ ਵੇਟ ਲਾ ਦਿੱਤਾ, ਕੁੱਕਰ ਜਿਹੜਾ ਬੰਦ ਕਰ ਦਿੱਤਾ, ਸੀਟੀਆਂ ਦਾ ਵੇਟ ਕੀਤਾ ਕਿੰਨੀਆਂ ਸੀਟੀਆਂ ਵੱਜਣੀਆਂ ਤੇ ਪੱਕੂਗਾ ਤੁਹਾਨੂੰ ਆਪ ਹੀ ਪਤਾ ਵਾ। ਗੋਸ਼ਤ ਦੇਖ ਲਿਆ ਜੇ ਨਰਮ ਆ ਤੇ ਥੋੜੀਆਂ ਸੀਟੀਆਂ ਤੇ ਖੋਲਿਆ ਜੇ ਸਖਤ ਆ ਤੇ ਬਹੁਤੀਆਂ ਸੀਟੀਆਂ ਦੇਖ ਲਿਆ ਜੇ। ਇਸ ਤੋਂ ਬਾਅਦ ਹੁਣ ਤੁਸੀਂ ਇਹਦੇ ਵਿੱਚ ਅਦਰਕ ਵੀ ਪਾ ਲੈਣਾ ਵਾ। ਗੋਸ਼ਤ ਜਿਹੜਾ ਭੁੰਨ ਕੇ ਤਿਆਰ ਹੋ ਚੁੱਕਿਆ ਸੀਗਾ। ਕੁੱਕਰ ਮੈਂ ਖੋਲਿਆ ਤੇ ਗੋਸ਼ਤ ਜਿਹੜਾ ਬੁੱਟੀਆਂ ਮਾਸ਼ਾਅੱਲਾ ਗਲੀਆਂ ਹੋਈਆਂ ਸੀ, ਸੌਫਟ ਹੋਈਆਂ ਪਈਆਂ ਸੀ, ਗਲੀਆਂ ਪਈਆਂ ਸੀ, ਕੁਲਦੀਆਂ ਸੀ। ਉਹ ਤੋਂ ਬਾਅਦ 1 ਚਮਚ ਇਹਦੇ ਵਿੱਚ ਜਿਹੜਾ ਘਿਓ ਦਾ ਪਾ ਲਿਆ ਜਾਂ ਆਇਲ ਦਾ ਪਾ ਲਓ ਤੁਸੀਂ। ਇਹਨੂੰ ਅੱਛੇ ਤਰੀਕੇ ਨਾਲ ਹਿਲਾ ਲੈਣਾ ਤੇ ਕੋਸ਼ਿਸ਼ ਕਰਨੀ ਹੈ ਗੋਸ਼ਤ ਜਿਹੜਾ ਤੁਸੀਂ ਬਹੁਤੀ ਨਹੀਂ ਪੌਣੀ ਲਾਉਣੀ। ਬਹੁਤੀ ਪੌਣੀ ਲਾ ਲਓਗੇ ਗੋਸ਼ਤ ਦਾ ਜ਼ਾਇਕਾ ਜਿਹੜਾ ਉਮਰ ਜਾਣਾ, ਇਹਦਾ ਕਲਰ ਵੀ ਕਾਲਾ ਜਿਹਾ ਹੋ ਜਾਣਾ। ਇਸੇ ਲਈ ਇਹਨੂੰ ਹਲਕੀ ਅੱਗ ਤੇ ਤੁਸੀਂ ਹਲਕਾ ਜਿਹਾ ਪਾਣੀ ਰਹਿਣਾ ਤੇ ਉਸ ਤੋਂ ਬਾਅਦ ਆਇਲ ਪਾ ਕੇ 2 ਤੋਂ 3 ਮਿੰਟ ਭੁੰਨ ਕੇ ਬਾਅਦ ਚ ਤੁਸੀਂ ਇਹਦੇ ਵਿੱਚ ਦਹੀਂ ਪਾ ਲੈਣਾ। ਦਹੀਂ ਜਿਹੜਾ ਵਾ ਬਚਿਆ ਹੋਵੇ ਤੇ ਮੈਂ ਉਹਨੂੰ ਜ਼ਾਇਆ ਨਹੀਂ ਕਰਦੀ, ਉਹਨੂੰ ਮੈਂ ਫਰੀਜ਼ਰ ਵਿੱਚ ਫਰੀਜ਼ ਕਰ ਲੈਣੀ ਆ ਤੇ ਜਦੋਂ ਤੁਹਾਨੂੰ ਜ਼ਰੂਰਤ ਹੋਵੇ ਹਾਂਡੀ ਵਿੱਚ ਮੈਰੀਨੇਸ਼ਨ ਵਿੱਚ ਤੁਸੀਂ ਇਹਨੂੰ ਪਾ ਲਓ। ਤੁਹਾਡੀ ਹਾਂਡੀ ਮਜ਼ੇਦਾਰ ਬਣ ਜਾਊਗੀ। ਫਰੀਜ਼ਰ 'ਚ ਰੱਖਿਆ ਹੋਇਆ ਸੀ ਦਹੀਂ। ਉਸ ਤੋਂ ਬਾਅਦ ਇੱਕ ਬਾਉਲ ਜਿਹੜਾ ਵਾ ਅੱਧਾ ਬਾਉਲ ਮੈਂ ਇਹਦੇ ਵਿੱਚ ਦਹੀਂ ਦਾ ਸੁੱਟਿਆ। ਨੂੰ ਅੱਛੇ ਤਰੀਕੇ ਨਾਲ ਭੁੰਨ ਲੈਣਾ ਤੁਸੀਂ। ਇਹ ਤੋਂ ਬਾਅਦ ਜਿਹੜਾ ਵਾ 4 ਤੋਂ 5 ਮਿੰਟ ਦਹੀਂ ਪਾਉਣ ਤੋਂ ਬਾਅਦ ਤੁਸੀਂ ਭੁੰਨਣਾ ਵਾ। ਉਸ ਤੋਂ ਬਾਅਦ ਜਿਹੜੀ ਗੋਭੀ ਆ ਉਹਦਾ ਪਾਣੀ ਵਿੱਚੋਂ ਕੱਢ ਲੈਣਾ, ਸਟੇਨ ਕਰ ਲੈਣਾ ਤੇ ਉਸ ਤੋਂ ਬਾਅਦ ਜਿਹੜੀ ਗੋਭੀ ਆ ਉਹ ਤੁਸੀਂ ਕੁੱਕਰ ਵਿੱਚ ਪਾ ਲੈਣੀ ਆ ਤੇ ਇਹਨੂੰ ਅੱਛੇ ਤਰੀਕੇ ਨਾਲ ਹਿਲਾ ਹਲੂ ਲੈਣਾ ਵਾ। ਕੁਛ ਜਿਹੜੇ ਲੋਕ ਖੜੀ ਗੋਭੀ ਪਸੰਦ ਕਰਦੇ ਆ ਤੇ ਮੇਰੇ ਘਰ ਵਾਲੇ ਜਿਹੜੇ ਨਾ ਕਹਿੰਦੇ ਗੋਭੀ ਕੁਲੀ ਹੋਵੇ, ਨਰਮ ਹੋਵੇ, ਸੌਫਟ ਹੋਈ ਹੋਵੇ। ਇਸੇ ਲਈ ਮੈਂ ਇਹਨੂੰ ਕੁੱਕਰ ਵਿੱਚ ਹੀ ਗਲਾਉਂਗੀ ਕਿਉਂਕਿ ਗੈਸ ਜਾਣ ਵਾਲੀ ਆ ਤੇ ਇਹਨੂੰ ਕੁੱਕਰ ਲਾ ਲੈਣਾ 5 ਤੋਂ 7 ਮਿੰਟ ਲਈ ਆਪਾਂ ਲਾਵਾਂਗੇ ਨੇ ਅੱਛੇ ਤਰੀਕੇ ਨਾਲ ਨਰਮ ਹੋ ਜਾਣਾ। ਗੋਭੀ ਜਿਹੜੀ ਆ ਮਸਾਲਾ ਬਣ ਜਾਊ ਤੁਹਾਡਾ ਗੋਸ਼ਤ ਦਾ, ਗੋਭੀ ਦਾ ਇੱਕ ਬੜਾ ਮਜ਼ੇਦਾਰ ਜਿਹਾ। 2 ਤੋਂ 3 ਮਿੰਟ ਭੁੰਨਣ ਤੋਂ ਬਾਅਦ ਤੁਸੀਂ ਇਹਨੂੰ ਲਾ ਲੈਣਾ। ਵੇਟ ਤੇ ਸੀਟੀਆਂ ਦਾ ਵੇਟ ਕਰਨਾ ਵਾ। 4 ਤੋਂ 5 ਮਿੰਟ ਦੀਆਂ ਸੀਟੀਆਂ ਤੁਸੀਂ ਗਿਣੀ ਜਾਣੀਆਂ ਕਿੰਨੀਆਂ ਸੀਟੀਆਂ ਵੱਜੀਆਂ। ਉਹ ਤੋਂ ਬਾਅਦ ਤੁਸੀਂ ਕੁੱਕਰ ਬੰਦ ਕਰਕੇ ਸੀਟੀਆਂ ਦਾ ਇੰਤਜ਼ਾਰ ਕਰੋਗੇ ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਨੇ ਕੁੱਕਰ ਖੋਲ ਲੈਣਾ ਵਾ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਬਣਾਈ ਹੋਈ ਆ ਗੋਭੀ। ਤੁਸੀਂ ਜਿਹੜੀ ਬਣਾਉਣੀ ਨਾ ਤੇ ਉਹਨੂੰ ਅੱਛੇ ਤਰੀਕੇ ਨਾਲ ਦੇਖ ਝਾਕ ਕੇ ਬਣਾਉਣਾ, ਉਹਦੇ ਵਿੱਚ ਸੁੰਡੀ ਸੰਡੀ ਨਾ ਹੋਵੇ ਕਿਉਂਕਿ ਪਿਛਲੇ ਦਿਨਾਂ 'ਚ ਗੋਭੀ ਲਿਆਂਦੀ ਮੈਂ, ਜਿੱਦਾਂ ਹੀ ਗੋਭੀ ਦਾ ਫੁੱਲ ਕੱਢ ਲਿਆ ਤੇ ਵਿੱਚ ਉਂਗਲੀ ਜਿੰਨੀ ਮੋਟੀ ਸੁੰਡੀ ਨਿਕਲੀ ਤੇ ਇਹ ਦੇਖੇ ਮੇਰੀ ਅੱਲੀ ਅੱਖਾਂ ਕੱਢ ਕੇ ਤੇ ਮੈਂ ਤਾਂ ਡਰ ਹੀ ਗਈ। ਸਾਰੀ ਗੋਭੀ ਚੁੱਕ ਕੇ ਮੈਂ ਸੁੱਟਤੀ। ਮੈਂ ਕਿਹਾ ਇਹ ਨਹੀਂ ਮੈਂ ਬਣਾਉਣੀ, ਇਹਦੇ ਵਿੱਚ ਤਾਂ ਐਡਾ ਮੋਟਾ ਕੋਈ ਜਿੰਨ ਜਿਹਾ ਬੈਠਾ। ਉਹ ਸਾਰੀ ਗੋਭੀ ਸੁੱਟੀ ਤੇ ਅੱਜ ਦੀ ਗੋਭੀ ਮਾਸ਼ਾਅੱਲਾ ਬਹੁਤ ਹੀ ਅੱਛੀ ਸੀਗੀ। ਇਸੇ ਤਰੀਕੇ ਨਾਲ ਤੁਸੀਂ ਇਹਨੂੰ ਗੋਭੀ ਨੂੰ ਅੱਛੇ ਤਰੀਕੇ ਨਾਲ ਭੁੰਨ ਕੇ ਵੇਟ ਲਾ ਲੈਣਾ ਵਾ। ਤੋ ਇਸੇ ਤਰ੍ਹਾਂ ਜਦੋਂ ਤੁਸੀਂ ਇਹਨੂੰ ਵੇਟ ਲਾ ਲਓਗੇ ਤੇ ਜਦੋਂ ਤੁਹਾਡੀ ਗੋਭੀ ਜਿਹੜੀ ਗਲ ਗਈ ਆ, ਸੌਫਟ ਹੋ ਗਈ, ਉਸ ਤੋਂ ਬਾਅਦ ਜਿਹੜਾ ਤੁਸੀਂ ਇਹਨੂੰ ਹਲਕੀ ਅੱਗ ਤੇ ਜਿਹੜਾ ਥੋੜਾ ਬਹੁਤ ਪਾਣੀ ਪਾ ਕੇ ਇਹਨੂੰ ਗਲਾ ਲੈਣਾ ਤਾਂ ਕਿ ਜਿਹੜੀ ਸੌਫਟ ਹੋ ਜਾਵੇ ਨਾ। ਥੋੜਾ ਜਿਹਾ ਵਿੱਚ ਪਾਣੀ ਪਾ ਲੈਣਾ ਨਹੀਂ ਤੇ ਸੜ ਜਾਊਗੀ। ਵੇਟ ਖੋਲ ਲਿਆ ਵਾ, ਗੋਭੀ ਮਾਸ਼ਾਅੱਲਾ ਸੌਫਟ ਹੋ ਚੁੱਕੀ ਆ। ਗੋਭੀ ਦਾ ਮਜ਼ੇਦਾਰ ਜਿਹਾ ਮਸਾਲਾ ਤਿਆਰ ਹੋ ਚੁੱਕਿਆ ਵਾ। ਇਹਨੂੰ ਤੁਸੀਂ ਭਾਵੇਂ ਕੁਲਚੇ ਨਾਲ ਖਾਓ, ਰੋਟੀ ਨਾਲ ਖਾਓ, ਚੋਪੜੀ ਰੋਟੀ ਨਾਲ ਖਾਓ, ਤੁਹਾਡੀ ਮਰਜ਼ੀ ਆ। ਤੇ ਲਾਜ਼ਮੀ ਇਸ ਰੈਸਪੀ ਨੂੰ ਫੋਲੋ ਕਰਿਆ ਜੇ। ਜੀਓ ਬਰੀਫ ਜ਼ਾਇਫ ਤੇ ਨਵੇਂ ਆ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ।
ਅੱਲਾਹ ਤਾਲਾ ਦੇ ਕੋਈ ਵੀ 4 ਨਾਮ ਜਿਹੜੇ ਆ ਲਾਜ਼ਮੀ ਕਮੈਂਟ ਕਰੋ ਤੇ ਮੈਨੂੰ ਦੱਸੋ ਤੁਹਾਨੂੰ ਮੇਰੀ ਵੀਡੀਓ ਕੈਸੀ ਲੱਗੀ ਹੈ। ਦੁਆਵਾਂ ਵਿੱਚ ਯਾਦ ਰੱਖਿਆ ਜੀ। ਅੱਲਾਹ